अस्सलाम वालेकुम जी, मेरा अनबशीर उम्मीद करता तुम सारे ठीक ठाक होवोगे। अच्छा जी, मेरे नਵੇਂ जिन्ने भी बकरी पाल वीर आ वीडियो ਨੂੰ ਤਸੱਲੀ ਨਾਲ ਦੇਖ ਲਓ, ਸੁਣ ਲਓ। ਅੱਜ ਐਸੇ ਇਲਾਜ ਜਿਹੜੇ ਆਪਣੇ ਘਰਾਂ ਦੇ ਕਿਚਨ ਦੇ ਵਿੱਚੋਂ ਹੀ ਬੱਕਰੀਆਂ ਦੇ ਆਪਾਂ ਕਰ ਸਕਦੇ ਹਾਂ। ਬਹੁਤ ਹੀ ਦੂਰ ਭੱਜਣ ਨੱਸਣ ਦੀ ਲੋੜ ਹੀ ਕੋਈ ਨਹੀਂ। ਹਰ ਘਰ ਉਹ ਚੀਜ਼ਾਂ ਹਰ ਕਿਚਨ ਦੇ ਵਿੱਚ ਹੁੰਦੀਆਂ। ਐਮਰਜੈਂਸੀ ਲਈ ਸਾਨੂੰ ਉਹ ਉੱਥੋਂ ਫਾਇਦਾ ਹਾਸਲ ਕਰ ਲੈਣਾ ਚਾਹੀਦਾ, ਨਾ ਕਿ ਅਸੀਂ ਕਿਸੇ ਡਾਕਟਰ ਨੂੰ ਸੱਦੀਏ ਜਾਂ ਅਸੀਂ ਕਿਸੇ ਭੱਜ ਨੱਸ ਕੇ ਬਾਜ਼ਾਰ ਨੂੰ ਜਾਈਏ। ਮੇਰੇ ਵੀਰੋ, ਅੱਜ ਐਸੀਆਂ ਕੁਝ ਚੀਜ਼ਾਂ ਜਿਹੜੀਆਂ ਹਰ ਕਿਚਨ ਦੇ ਵਿੱਚ ਮੌਜੂਦ ਹੁੰਦੀਆਂ। ਉਹਦੇ ਵਿੱਚ ਹਲਦੀ, ਕਾਲੀ ਮਿਰਚ, ਪਿਆਜ਼, ਅਦਰਕ, ਇਹ ਚੀਜ਼ਾਂ ਹਰ ਕਿਚਨ ਦੇ ਵਿੱਚ ਹੁੰਦੀਆਂ। ਮੇਰੇ ਵੀਰੋ, ਇਹਨਾਂ ਦੇ ਕਲੇ ਕਲੇ ਕਰਕੇ ਤੁਹਾਨੂੰ ਮੈਂ ਫਾਇਦੇ ਦੱਸੂਗਾ। ਅਗਰ ਕੋਈ ਬੱਕਰੀ ਨੂੰ ਕੋਈ ਮਸਲਾ ਬਣ ਜਾਵੇ ਤਾਂ ਮੇਰੇ ਵੀਰੋ ਕਿਤੇ ਜਾਣ ਦੀ ਜ਼ਰੂਰਤ ਨਹੀਂ। ਆਪਣੇ ਕਿਚਨ 'ਚ ਭੱਜੋ, ਜਾ ਕੇ ਉੱਥੋਂ ਸ਼ਹਿ ਚੱਕੋ, ਜਿੱਦਾਂ ਮੈਂ ਦੱਸੂਗਾ ਉਹਦੀ ਬੱਕਰੀ ਨੂੰ ਦੇ ਦਿਓ ਤਾਂ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਬੱਕਰੀਆਂ ਦੇ ਸਾਰੇ ਜਿਹੜੇ ਮਸਲੇ ਆ ਉਹ ਕਵਰ ਹੋ ਜਾਣਗੇ। ਸਭ ਤੋਂ ਪਹਿਲਾਂ ਕਰੀਏ ਗੱਲ, ਬੱਕਰੀ ਪੱਠੇ ਵੀ ਪਾਈ ਜਾਂਦੇ ਆ, ਵੰਡਾ ਵੀ ਪਾਈ ਜਾਂਦੇ, ਲੇਕਿਨ ਬੱਕਰੀ ਕੁੱਖ ਨਹੀਂ ਕੱਢਦੀ, ਮਤਲਬ ਵੱਖੀ ਭਰਦੀ ਨਹੀਂ। ਮੇਰੇ ਵੀਰੋ, ਕਿਚਨ ਦੇ ਵਿੱਚ ਜਾਓ, ਕਿਚਨ ਦੇ ਵਿੱਚੋਂ ਜਾ ਕੇ ਇੱਕ ਪਿਆਜ਼ ਚੱਕੋ, ਅਦਰਕ ਚੱਕੋ ਤੇ ਹਰੀ ਮਿਰਚ ਵੀ ਲੱਭ ਹੀ ਜਾਣੀ ਤੁਹਾਨੂੰ। ਅਗਰ ਹਰੀ ਮਿਰਚ ਨਾ ਵੀ ਲੱਭੇ ਤਾਂ ਵੀ ਮਸਲਾ ਕੋਈ ਨਹੀਂ, ਅਦਰਕ ਚੱਕੋ ਤੇ ਪਿਆਜ਼ ਚੱਕੋ, ਉਹਨਾਂ ਨੂੰ ਕੁੱਟ ਲਓ ਜਾਂ ਬਰੀਕ ਕੱਟ ਲਓ। ਕੱਟ ਕੇ ਤੇ ਬੱਕਰੀ ਦੇ ਅੱਗੇ ਰੱਖੋ, ਜਾਂ ਤਾਂ ਬੱਕਰੀ ਖਾ ਲੂਗੀ, ਨਾ ਖਾਵੇ ਤਾਂ ਬੱਕਰੀ ਨੂੰ ਦੇ ਦਿਓ। ਪਿਆਜ਼ ਜਿਹੜੀ ਐਸੀ ਸ਼ੈ ਹੈ ਜਿਹੜਾ ਮਿਹਦੇ ਨੂੰ ਜਾ ਕੇ ਬਿਲਕੁਲ ਜ਼ਬਰਦਸਤ ਉਹਦਾ ਨਿਜ਼ਾਮ ਨੂੰ ਸੈੱਟ ਕਰਦਾ ਤੇ ਜਿਗਰ ਨੂੰ ਤਾਕਤ ਦਿੰਦਾ। ਜਿਗਰ ਦੇ ਜਿੰਨੇ ਵੀ ਮਸਾਇਲ ਆ ਪਿਆਜ਼ ਖਤਮ ਕਰ ਦਿੰਦਾ। ਇਸ ਤੋਂ ਪਿਆਜ਼ ਦਾ ਬਹੁਤ ਅਹਿਮ ਕਿਰਦਾਰ ਆ। ਤੁਸੀਂ ਪਿਆਜ਼ ਲੈ ਕੇ ਤੁਹਾਨੂੰ ਕੱਟ ਲਓ, ਕੱਟ ਕੇ ਤੇ ਜਾਂ ਬਰੀਕ ਕੱਟ ਲਓ ਜਾਂ ਕੁੱਟ ਲਓ, ਬੱਕਰੀ ਨੂੰ ਦੇ ਦਿਓ। ਬੱਕਰੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਬਫਜ਼ਲੇ ਖੁਦਾ ਬੱਕਰੀ 3-4 ਦਿਨ ਲਗਾਤਾਰ ਦੋਗੇ। ਜ਼ਿਆਦਾ ਤੋਂ ਜ਼ਿਆਦਾ ਉਹ ਜੀ ਦੇਣਾ ਤੁਸੀਂ 3 ਚਮਚੀਆਂ ਕੁੱਟ ਕੇ 3 ਚਮਚੀਆਂ ਦੇ ਦਿਓ। 3 ਦਿਨ ਲਗਾਤਾਰ ਦੋਗੇ, ਬੱਕਰੀ ਕੁੱਖ ਭਰ ਕੇ ਪੱਠੇ ਖਾਣ ਲੱਗ ਪਊਗੀ। ਮਤਲਬ ਪੱਠੇ ਤਾਂ ਅੱਗੇ ਵੀ ਖਾਂਦੀ ਲੇਕਿਨ ਕੁੱਖ ਨਹੀਂ ਕੱਢਦੀ। ਅੱਛਾ ਜੀ, ਦੂਸਰੇ ਪਾਸੇ ਆ ਜਾਂਦੇ। ਦੂਸਰੀ ਗੱਲ ਇਹ ਵੀ ਬੱਕਰੀ ਜਦੋਂ ਸੂਣ ਦੇ ਕਰੀਬ ਆਉਂਦੀ ਆ, ਥਣਾ ਤੇ ਸੋਜ ਪਾ ਲੈਂਦੀ ਆ, ਜਾਂ ਥਣ ਵੱਡਾ ਛੋਟਾ ਹੈਗਾ, ਜਾਂ ਕੋਈ ਹਵਾਨੇ ਦਾ ਕੋਈ ਵੀ ਮਸਲਾ ਵਾ, ਹਵਾਨੇ ਦਾ ਕੋਈ ਮਸਾਇਲ ਆ, ਜਾਂ ਬੱਕਰੀ ਦੇ ਬੱਚਿਆਂ ਨੂੰ ਮੋਸ਼ਨ ਲੱਗੇ ਆ, ਜਾਂ ਬੱਕਰੀ ਨੂੰ ਮੋਸ਼ਨ ਲੱਗੇ ਆ, ਮੇਰੇ ਵੀਰੋ ਹਰ ਕਿਚਨ ਦੇ ਵਿੱਚ ਹਲਦੀ ਲਾਜ਼ਮੀ ਹੁੰਦੀ ਆ। 2 ਚਮਚ ਹਲਦੀ ਦੇ ਲੈ ਲਓ, ਉਹ ਪਾਣੀ ਦੇ ਵਿੱਚ ਖੋਰ ਕੇ ਦੇ ਲਓ, ਉਹ ਦਹੀਂ ਦੇ ਵਿੱਚ ਖੋਰ ਕੇ ਦੇ ਲਓ, ਉਹ ਸਰੋਂ ਦੇ ਤੇਲ ਦੇ ਵਿੱਚ ਖੋਰ ਕੇ ਦੇ ਲਓ, ਬੱਕਰੀ ਨੂੰ ਪਿਲਾ ਦਿਓ। ਅਗਰ ਬੱਚੇ ਛੋਟੇ ਆ, ਅਕਸਰ ਤੁਸੀਂ ਦੇਖਿਆ ਹੋਣਾ ਛੋਟੇ ਬੱਚਿਆਂ ਨੂੰ ਮੋਸ਼ਨ ਲੱਗ ਜਾਂਦੇ ਮਿੱਟੀ ਖਾ ਖੂ ਕੇ। ਬੱਚਿਆਂ ਲਈ 1 ਚਮਚ ਹਲਦੀ ਲੈ ਲਓ। ਜੇ ਬਹੁਤੇ ਛੋਟੇ ਬੱਚੇ ਆ ਤਾਂ ਅੱਧੀ ਚਮਚ ਲੈ ਲਓ ਹਲਦੀ। ਲੈ ਕੇ ਤੁਹਾਨੂੰ 2-3 ਚਮਚੀਆਂ ਦਹੀਂ ਦੇ ਵਿੱਚ ਮਿਕਸ ਕਰੋ, ਪੇਸਟ ਬਣਾਓ। ਪੇਸਟ ਬਣਾ ਕੇ ਉਹ ਸਿਰਿੰਜ ਦੇ ਨਾਲ ਬੱਚੇ ਨੂੰ ਦੇ ਦਿਓ। ਅਗਰ ਵੱਡੀ ਬੱਕਰੀ ਆ, 2 ਚਮਚੀਆਂ ਹਲਦੀ ਦੀਆਂ ਲਵੋ, ਲੈ ਕੇ ਉਹਨੂੰ ਦਹੀਂ ਦੇ ਵਿੱਚ ਮਿਕਸ ਕਰੋ। ਮਿਕਸ ਕਰਕੇ ਬੱਕਰੀ ਨੂੰ ਪਿਲਾ ਦਿਓ। ਬੱਕਰੀ ਦਾ ਮੋਸ਼ਨ ਬਿਲਕੁਲ ਰੁਕ ਜਾਣਗੇ। ਜੇ ਬਿਲ ਫਰਜ਼ ਬੱਕਰੀ ਸੂਣ ਦੇ ਕਰੀਬ ਆ, ਬੱਕਰੀ ਥਣਾ ਤੇ ਸੋਜ ਪਾਈ ਫਿਰਦੀ ਆ, ਜਾਂ ਬੱਕਰੀ ਦਾ ਕੋਈ ਥਣਾ ਨੂੰ ਮਸਲਾ ਵਾ, ਜਾਂ ਤੁਹਾਨੂੰ ਮਹਿਸੂਸ ਹੁੰਦਾ ਵਾ ਬੱਕਰੀ ਦੇ ਪੇਟ ਦੇ ਵਿੱਚ ਬੱਚਿਆਂ ਨੂੰ ਕੋਈ ਮਸਲਾ ਵਾ, ਤੇ ਤਾਂ ਵੀ ਮੇਰੇ ਵੀਰੋ ਹਲਦੀ ਲੈ ਲਓ। ਹਲਦੀ ਲੈ ਕੇ ਤੇ ਬੱਕਰੀ ਨੂੰ ਖੋਰ ਕੇ ਪਿਲਾ ਦਿਓ। ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਉਹ ਸਾਰੇ ਮਸਲੇ ਸੈੱਟ ਹੋ ਜਾਣਗੇ। ਅੱਗੇ ਗੱਲ ਆ ਗਈ ਜੀ, ਅਕਸਰ ਤੁਸੀਂ ਦੇਖਿਆ ਹੋਣਾ ਬੱਕਰੀਆਂ ਦੇ ਇਸ ਮੂੰਹ ਦੇ ਬਾਹਰਲੇ ਪਾਸੇ, ਹਾਲਾਂਕਿ ਹਰ ਬੰਦਾ ਉਹ ਕਹਿੰਦਾ ਵਾ ਜੀ ਉਹ PPR ਆ, ਹਰ ਬੱਕਰੀ ਦੇ ਉਹ PPR ਨਹੀਂ ਹੁੰਦੀ। ਬਾਹਰਲੇ ਪਾਸੇ ਦਾਣੇ ਜਿਹੇ ਬਣ ਜਾਂਦੇ ਆ। 4 ਪੋਥੀਆਂ ਲਸਣ ਦੀਆਂ ਲਵੋ, ਘੇ ਦੇ ਵਿੱਚ ਉਹਨੂੰ ਕੜਕਾ ਲਓ, ਜਾਂ ਤੇਲ ਦੇ ਸਰੋਂ ਦੇ ਵਿੱਚ ਕੜਕਾ ਲਓ। ਪੋਥੀਆਂ ਕੱਢ ਕੇ ਬਾਹਰ ਸਿੱਟ ਦਿਓ। ਤੇਲ ਚੱਕੋ, ਫੂੰਦੇ ਨਾਲ, ਕਪਾਹ ਨਾਲ ਜਾਂ ਰੂਈ ਨਾਲ ਲੈ ਕੇ ਦਿਹਾੜੀ 3 ਵਾਰੀ ਉਹਦੇ ਇੱਦਾਂ ਕਰਕੇ ਲਾ ਦਿਓ ਤਾਂ ਕਿ ਨਰਮ ਹੋ ਜਾਣ। ਇਨਸ਼ਾਅੱਲਾ ਤੀਸਰੇ ਦਿਨ ਬਿਲਕੁਲ ਉਹ ਕਲੀਅਰ ਹੋ ਜਾਣਗੇ। ਅਸੀਂ ਜਦੋਂ ਵੀ ਫਾਰਮਿੰਗ ਸ਼ੁਰੂ ਕਰਦੇ ਹਾਂ, ਅਸੀਂ ਭੱਜਦੇ ਹਾਂ ਸ਼ਾਰਟਕਟ ਵਾਲੇ ਪਾਸੇ, ਅਸੀਂ ਭੱਜਦੇ ਹਾਂ ਡਾਕਟਰਾਂ ਵਾਲੇ ਪਾਸੇ। ਪਹਿਲਾ ਫੋਨ ਡਾਕਟਰ ਨੂੰ ਕਰਦੇ ਹਾਂ, ਵੀ ਡਾਕਟਰ ਨੂੰ ਪਹਿਲਾਂ ਪੁੱਛ ਲਈਏ। ਮੇਰੇ ਵੀਰੋ, ਤੁਸੀਂ ਕੁਛ ਨਾ ਕੁਛ ਆਪਣੇ ਦਿਮਾਗ ਤੋਂ ਵੀ ਸੋਚਿਆ ਕਰੋ, ਆਪਣੇ ਜ਼ਿਹਨ ਨਾਲ ਵੀ ਸੋਚਿਆ ਕਰੋ।
ਬੱਕਰੀ ਦੇ ਤਕਰੀਬਨ ਇਲਾਜ ਸਾਡੇ ਕਿਚਨ ਦੇ ਵਿੱਚ ਆ, ਲੇਕਿਨ ਅਸੀਂ ਉਹਨੂੰ ਫਾਲੋ ਨਹੀਂ ਕਰਦੇ। ਅਸੀਂ ਸਿਰਫ ਡਾਕਟਰ ਵਾਲੇ ਪਾਸੇ ਭੱਜਦੇ ਹਾਂ। ਬੱਕਰੀ ਨੂੰ ਕੋਈ ਮਸਲਾ ਹੋ ਗਿਆ, ਡਾਕਟਰ ਨੂੰ ਸੱਦੋ। ਡਾਕਟਰ ਬੁਲਾਉਣਾ ਚਾਹੀਦਾ, ਲੇਕਿਨ ਉਦੋਂ ਬੁਲਾਉਣਾ ਚਾਹੀਦਾ ਜਦੋਂ ਤੁਹਾਡੇ ਹੱਥੋਂ ਵੱਸੋਂ ਨਿਕਲ ਜਾਵੇ ਗੱਲ, ਤੁਹਾਡੇ ਹੱਥ 'ਚ ਗੱਲ ਨਾ ਰਵੇ, ਤੁਹਾਨੂੰ ਸਮਝ ਨਾ ਆਵੇ, ਕੋਈ ਐਸੀ ਅੱਲਾ ਨਾ ਕਰੇ ਬਿਮਾਰੀ ਆ ਗਈ ਆ, ਉਹਦੀ ਵਜ੍ਹਾ ਤੋਂ ਤੁਹਾਨੂੰ ਡਾਕਟਰ ਨੂੰ ਸੱਦਣਾ ਪੈ ਜਾਵੇ, ਤੇ ਫਿਰ ਸੱਦੋ। ਐਵੇਂ ਬੱਕਰੀ ਨੂੰ ਖਾਂਸੀ ਹੋ ਗਈ, ਜਾਂ ਬੱਕਰੀ ਨੂੰ ਮੋਸ਼ਨ ਲੱਗ ਗਿਆ, ਜਾਂ ਬੱਕਰੀ ਜੀ ਪੇਟ ਭਰ ਕੇ ਪੱਠੇ ਨਹੀਂ ਖਾਂਦੀ, ਡਾਕਟਰ ਨੂੰ ਸੱਦ ਲਿਆ ਜੀ, ਡਾਕਟਰ ਨੇ ਟੀਕੇ ਲਾਉਣੇ, ਪੈਸੇ ਲੈ ਜਾਣੇ, ਨਿਜ਼ਾਮ ਸੈੱਟ। ਬੱਕਰੀ ਦੀ ਭੁੱਖ ਵਧਾਉਣ ਲਈ, ਮਤਲਬ ਤੁਸੀਂ ਚਾਹੁੰਦੇ ਆ ਵੀ ਬੱਕਰੀ ਜ਼ਿਆਦਾ ਤੋਂ ਜ਼ਿਆਦਾ ਪੱਠੇ ਖਾਵੇ, ਪੇਟ ਭਰ ਕੇ ਖਾਵੇ, ਤੇ ਇੱਕ ਤਾਂ ਹੱਲ ਜਿਹੜਾ ਮੈਂ ਤੁਹਾਨੂੰ ਪਿਆਜ਼ ਵਾਲਾ ਦੱਸਿਆ। ਦੂਸਰਾ ਹੱਲ ਆਪਣੇ ਤੁਸੀਂ ਸੌਂਫ, ਅਜਵੈਣ ਤੇ ਗੁੜ, ਦੇਸੀ ਚੀਜ਼ਾਂ ਸਾਰੀਆਂ ਦੱਸੂਗਾ, ਹਰ ਕਿਚਨ 'ਚ ਹੀ ਹੁੰਦੀਆਂ ਤਕਰੀਬਨ। ਸੌਂਫ, ਅਜਵੈਣ, ਗੁੜ, ਕਾਲਾ ਨਮਕ, ਇਹ ਲੈ ਲਓ, ਇਹਨਾਂ ਨੂੰ ਮਿਕਸ ਕਰ ਲਓ, ਕੁੱਟ ਕੇ ਮਿਕਸ ਕਰ ਲਓ। 1 ਚਮਚੀ ਡੇਲੀ ਸ਼ਾਮ ਨੂੰ ਮਗਰਿਬ ਦੀ ਅਜ਼ਾਨ ਤੋਂ ਬਾਅਦ ਜਾਂ ਮਗਰਿਬ ਦੀ ਅਜ਼ਾਨ ਤੋਂ ਪਹਿਲਾਂ, ਮਤਲਬ ਜਦੋਂ ਪੱਠੇ ਪੁੱਠੇ ਖਾ ਲੈਣ, ਬੱਕਰੀ ਨੂੰ ਦੇ ਦਿਓ। ਮੁਸਲਸਲ ਲਗਾਤਾਰ 6 ਤੋਂ 7 ਦਿਨ ਦਿਓ, ਤੇ ਇਨਸ਼ਾਅੱਲਾ ਬੱਕਰੀ ਅਗਰ ਤੁਸੀਂ ਲੱਕੜੀਆਂ ਸਿੱਟੋਗੇ ਤਾਂ ਬੱਕਰੀਆਂ ਉਹ ਵੀ ਖਾਣਗੀਆਂ। ਜਿਹੜੇ ਬੰਦੇ ਕਹਿੰਦੇ ਨਾ ਜੀ ਬੱਕਰੀਆਂ ਨੂੰ ਪੱਠੇ ਪਾਉਂਦੇ ਆ, ਬੱਕਰੀਆਂ ਸੁੰਘ ਕੇ ਪਿੱਛੇ ਹੋ ਜਾਂਦੀਆਂ, ਔਰ ਅਕਸਰ ਹੁੰਦਾ ਵੀ ਇੱਦਾਂ ਹੀ ਆ। ਉਹਨਾਂ ਦੀ ਭੁੱਖ ਮਰੀ ਹੁੰਦੀ ਆ। ਉਹਨਾਂ ਨੂੰ ਜਿਹੜੀ ਸੌਂਫ ਆ, ਐਸੀ ਸ਼ੈ ਜਾਂ ਮਿਹਦੇ ਦੇ ਵਿੱਚ ਜਾ ਕੇ ਉਹ ਬੱਕਰੀ ਦੇ ਜਿਹੜੇ ਮਿਹਦੇ ਦੇ ਕੰਡੇ ਹੁੰਦੇ, ਉਹਜਰੀ ਦੇ ਕੰਡੇ ਹੁੰਦੇ, ਉਹਨਾਂ ਨੂੰ ਤਾਕਤ ਦਿੰਦਾ। ਉਹ ਖੜੇ ਹੁੰਦੇ, ਜਦੋਂ ਖੜੇ ਹੁੰਦੇ ਆ ਤੇ ਉਹ ਫਿਰ ਆਪਣੇ ਨਿਜ਼ਾਮ ਨੂੰ ਸੈੱਟ ਕਰ ਦਿੰਦੇ ਆ। ਅਕਸਰ ਲੋਕ, ਅਸੀਂ ਆਪ ਜ਼ਾਤੀ ਤੌਰ ਤੇ ਵੀ ਬੱਕਰੀ ਸੂਣ ਦੇ ਬਿਲਕੁਲ ਕਰੀਬ ਆ ਗਈ ਆ। ਮਤਲਬ ਸਾਨੂੰ ਪਤਾ ਜੀ 2-3 ਦਿਨ ਬੱਕਰੀ ਲੈਂਦੀ ਆ ਸੂਣ ਦੇ ਵਿੱਚ, ਤੇ ਸਾਨੂੰ ਉਹ ਬੱਕਰੀ ਦੀ ਆਸਾਨੀ ਲਈ, ਆਪਣੀ ਆਸਾਨੀ ਲਈ, ਬੱਕਰੀ ਨੂੰ ਡਿਲੀਵਰ ਕਰਨ 'ਚ ਆਸਾਨੀ ਹੋਵੇ, ਜ਼ਾਹਰੀ ਗੱਲ ਸਾਨੂੰ ਕੋਈ ਨਾ ਕੋਈ ਚੀਜ਼ ਦੇਣੀ ਚਾਹੀਦੀ ਹੈ ਨਾ, ਜਿਹਦੇ ਨਾਲ ਬੱਕਰੀ ਆਸਾਨੀ ਨਾਲ ਬੱਚਾ ਡਿਲੀਵਰ ਕਰ ਸਕੇ। ਤੇ ਮੇਰੇ ਵੀਰੋ, ਕਾਲੀ ਮਿਰਚ ਲੈ ਲਓ, ਉਹਨੂੰ ਗ੍ਰਾਈਂਡ ਕਰ ਲਓ, ਦਾਦੜ ਜੀ ਕਰ ਲਓ। ਅੱਧੀ ਚਮਚੀ ਕਾਲੀ ਮਿਰਚ ਦੀ ਲੈ ਲਓ, ਦਾਦੜ ਦੀ। 4 ਚਮਚੀਆਂ ਡਾਲਟੇ ਘੇ ਦੀਆਂ ਲੈ ਲਓ, ਉਹਦੇ ਵਿੱਚ ਮਿਕਸ ਕਰਕੇ ਬੱਕਰੀ ਨੂੰ ਖਿਲਾ ਦਿਓ। ਪਲੇਟ 'ਚ ਅੱਗੇ ਪਾ ਕੇ ਕਰੋਗੇ ਤਾਂ ਖਾ ਜਾਊਗੀ, ਉਹ ਖਿਲਾ ਦਿਓ। ਜੇ ਤੁਹਾਡੇ ਕੋਲ ਦੁੱਧ ਦੀ ਸਹੂਲਤ ਮੌਜੂਦ ਹੈਗੀ ਆ, ਵੀ ਤੁਹਾਡੇ ਘਰ ਦਾ ਦੁੱਧ ਹੈਗਾ ਵਾ, ਤੇ ਫਿਰ 1 ਗਲਾਸ ਦੁੱਧ ਦਾ ਗਰਮ ਕਰਕੇ ਵਿੱਚ 2 ਚਮਚੀਆਂ 4 ਚਮਚੀਆਂ ਘੇ ਦੀਆਂ ਪਾ ਲਓ, ਤੇ ਮਿਰਚਾਂ ਦੀ ਚੁੰਡੀ ਖਿਲਾ ਕੇ ਉਹਨਾਂ ਨੂੰ ਅੱਧੀ ਚਮਚੀ ਖਿਲਾ ਕੇ ਬੱਕਰੀ ਨੂੰ ਉੱਤੋਂ ਘੇ ਪਿਲਾ ਦਿਓ। ਰੋਜ਼ ਰੂਟੀਨ ਨਾਲ 3 ਦਿਨ ਲਗਾਤਾਰ ਪਿਲਾ ਦੋਗੇ ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਜਿਹੜੀ ਕਾਲੀ ਮਿਰਚ ਹੈ, ਇਹ ਵੀ ਸਿੱਧੀ ਜਾ ਕੇ ਥਣ ਦੇ ਵਿੱਚ ਬਹਿੰਦੀ ਆ, ਹਵਾਨੇ ਦੇ ਵਿੱਚ ਬਹਿੰਦੀ ਆ, ਜਾ ਕੇ ਜਿਹੜੇ ਵੀ ਮਸਾਇਲ ਹੈਗੇ ਆ, ਜਾਂ ਬੱਚਿਆਂ ਨੂੰ ਕੋਈ ਮਸਲਾ ਬਣਿਆ, ਜਾਂ ਬੱਚੇ ਕੋਈ ਪੁੱਠੇ ਸਿੱਧੇ ਹੋਏ ਆ ਪੇਟ ਦੇ ਵਿੱਚ, ਤੇ ਉਹ ਇਨਸ਼ਾਅੱਲਾ ਕਵਰ ਹੋ ਜਾਣਗੇ। ਉਹ ਬੱਕਰੀ ਸੂਣ ਲੱਗਿਆ, ਬੱਕਰੀ ਬੱਚਾ ਡਿਲੀਵਰ ਕਰਨ ਲੱਗਿਆ ਔਖੀ ਨਾ ਹੋਗੀ, ਸੌਖੀ ਰਹੂਗੀ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ। ਬਾਕੀ ਦੁਆ ਕਰਿਆ ਕਰੋ ਸਾਨੂੰ ਇਹਨਾਂ ਚੀਜ਼ਾਂ ਦੀ ਵੀ ਜ਼ਰੂਰਤ ਨਾ ਪਵੇ, ਲੇਕਿਨ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਸਾਨੂੰ ਗਾਹੇ ਬਗਾਹੇ, ਵਕਤਨ ਫਵਕਤਨ ਇੱਦਾਂ ਦੀਆਂ ਚੀਜ਼ਾਂ, ਜਿਹੜੀਆਂ ਆਰਗੈਨਿਕ ਚੀਜ਼ਾਂ ਵਾ, ਦੇਸੀ ਚੀਜ਼ਾਂ, ਸਾਨੂੰ ਬੱਕਰੀਆਂ ਨੂੰ ਦਿੰਦੇ ਰਹਿਣਾ ਚਾਹੀਦਾ, ਤਾਂ ਕਿ ਸਾਨੂੰ ਕੱਲ ਨੂੰ ਅੱਲਾ ਨਾ ਕਰੇ ਕੋਈ ਮਸਲਾ ਬਣੇ ਹੀ ਨਾ, ਬਿਲਕੁਲ ਉੱਕਾ ਹੀ ਨਾ ਬਣੇ। ਬੜੇ ਬੰਦਿਆਂ ਦੇ ਸਵਾਲ ਇਹ ਹੁੰਦੇ ਜੀ, ਬੱਕਰੀ ਸੂਣ ਲੱਗੀ, ਮਤਲਬ ਸੂਣ 15-20 ਦਿਨ ਰਹਿੰਦੇ ਆ, ਤੇ ਕੀ ਦੇਣਾ ਚਾਹੀਦਾ। ਮੇਰੇ ਵੀਰੋ, ਅਗਰ ਤੁਹਾਡੀ ਬੱਕਰੀ ਦੀ ਖੁਰਾਕ ਹੀ ਅੱਛੀ ਆ, ਰੂਟੀਨ ਨਾਲ ਤੁਸੀਂ ਸਭ ਕੁਝ ਦੇਈ ਜਾ ਰਹੇ ਹੋ, ਤੇ ਫਿਰ ਕੋਈ ਸ਼ੈ ਦੇਣ ਦੀ ਤੁਹਾਨੂੰ ਲੋੜ ਨਹੀਂ, ਕੱਖ ਵੀ ਨਹੀਂ ਕਰਨਾ ਪੈਣਾ। ਬੱਕਰੀ ਨੇ ਬੱਚੇ ਡਿਲੀਵਰ ਕਰ ਦੇਣੇ ਆ, ਔਰ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸੌਖੇ ਤੋਂ ਸੋਹਣੇ ਕਰ ਦੇਣੇ ਆ। ਤੇ ਫਿਰ ਜੇ ਤੁਸੀਂ, ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਕਾਲੀ ਮਿਰਚ ਆਖਰੀ 3-4 ਦਿਨਾਂ ਦੇ ਵਿੱਚ ਦੇ ਦਿਓ, ਉਹਦੇ ਨਾਲ ਇਹ ਹੁੰਦਾ ਵੀ ਬੱਕਰੀ ਆਸਾਨੀ ਨਾਲ ਡਿਲੀਵਰ ਬੱਚੇ ਕਰ ਜਾਂਦੀ ਹੈ। ਅਗਰ ਤੁਹਾਡੀ ਪਿੱਛੋਂ ਡਾਈਟ ਅੱਛੀ ਆ ਤਾਂ ਬਹੁਤਾ ਮਸਲਾ ਡਿਲੀਵਰਿੰਗ ਤੋਂ ਬਾਅਦ ਆਵਲ ਦਾ ਹੁੰਦਾ, ਵੀ ਆਵਲ ਛੇਤੀ ਆ ਜਾਵੇ ਤਾਂ ਕਿ ਬੱਕਰੀ ਸੌਖੀ ਹੋ ਜਾਵੇ। ਅਗਰ ਡਾਈਟ ਤੁਹਾਡੀ ਰੂਟੀਨ ਨਾਲ ਗਾਹੇ ਬਗਾਹੇ ਪਿਆਜ਼ ਵੀ ਖਿਲਾਈ ਜਾਂਦੇ ਆ, ਮੈਂ ਇੱਕ ਵੀਡੀਓ 'ਚ ਦੱਸਿਆ ਵੀ ਸੀਗਾ ਵੀ ਤੁਸੀਂ ਇਕੱਲੇ ਪਿਆਜ਼ ਵੀ ਸਿੱਟ ਦਿਓਗੇ ਹਫਤੇ 'ਚ 1 ਵਾਰੀ, ਤੇ ਤਾਂ ਵੀ ਮਸਲਾ ਠੀਕ ਆ, ਸਾਨੂੰ ਦੇਣ ਦੀ ਜ਼ਰੂਰਤ ਹੀ ਨਹੀਂ ਪੈਣੀ। ਜੇ ਤੁਸੀਂ ਪੱਠੇ ਪਾਇਆ ਤਾਂ ਹਰੀ ਮਿਰਚਾਂ 2-4 ਕੱਟ ਕੇ ਵਿੱਚ ਪੱਠਿਆਂ ਦੇ ਰਲਾ ਦਿਓ, ਉਹਨਾਂ ਨੇ ਖਾ ਜਾਣੇ, ਉਹ ਵੀ ਠੀਕ ਆ। ਇੱਦਾਂ ਦੀਆਂ ਸਾਨੂੰ ਦੇਸੀ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਇਸਤੇਮਾਲ ਅਸੀਂ ਕਿਚਨ 'ਚ ਕਰਦੇ ਹਾਂ,
ਉਹ ਦਿੰਦੇ ਰਹਿਣਾ ਚਾਹੀਦਾ ਤਾਂ ਕਿ ਸਾਡੀਆਂ ਬੱਕਰੀਆਂ ਦੀ ਗਰੋਥ ਵੀ ਅੱਛੀ ਰਹੇ, ਸਾਡੇ ਬੱਕਰੀਆਂ ਦੇ ਮਿਹਦੇ ਵੀ ਚੰਗੇ ਰਹਿਣ। ਬਿਹਤਰੀਨ ਹੱਲ ਇਹ ਹੁੰਦਾ, ਜਿਹੜੇ ਘਰਾਂ ਦੇ ਵਿੱਚ ਬੱਚੇ ਆ, ਛੋਟੇ ਛੋਟੇ ਬੱਚੇ ਜਿਨ੍ਹਾਂ ਘਰਾਂ ਦੇ ਵਿੱਚ ਮਤਲਬ ਜਿੱਦਾਂ ਮੇਰਾ ਬੱਚਾ ਛੋਟਾ ਆਇਆ ਸੀਗਾ, ਇਹ ਫੀਡਰ ਪੀਂਦੇ ਆ, ਜਦੋਂ ਫੀਡਰ ਇਹਨਾਂ ਦਾ ਵੱਧ ਜਾਂਦਾ ਉਹ ਫੀਡਰ ਅਸੀਂ ਇੱਕ ਡੱਬੇ 'ਚ ਪਾ ਲੈਂਦੇ ਹਾਂ। ਸਾਲਣ ਬਚਿਆ ਉਹ ਵੀ ਡੱਬੇ 'ਚ ਪਾ ਦਿੱਤਾ, ਜੇ ਕੋਈ ਹੋਰ ਚੀਜ਼ ਬਚੀ ਆ ਤਾਂ ਉਹ ਵੀ ਡੱਬੇ 'ਚ ਪਾ ਦਿੱਤੀ, ਜੇ ਦੁੱਧ ਰਿੜਕਿਆ ਵਾ ਤਾਂ ਲੱਸੀ ਜਾਂ ਉੱਤੋਂ ਜਿਹੜੀ ਘੇ ਬਣਾਇਆ ਵਾ ਉੱਤੋਂ ਜਿਹੜੀ ਮਲਾਈ ਜੀ ਲਾਤੀ ਹੁੰਦੀ ਘੇ ਦੇ ਝੱਗ ਜਿਹੀ, ਉਹ ਵੀ ਉਹਦੇ ਵਿੱਚ ਪਾ ਦਿੱਤੀ। ਮਤਲਬ ਜਿਹੜੀ ਸਾਰੇ ਦਿਨ ਦੀਆਂ ਸ਼ੈਂ ਬਚੀਆਂ ਇੱਕ ਡੱਬੇ 'ਚ ਪਾਈ ਜਾਣੀਆਂ, ਸ਼ਾਮ ਨੂੰ ਦੋਵਾਂ ਤਿੰਨਾਂ ਬਰਤਨਾਂ ਦੇ ਵਿੱਚ ਬੱਕਰੀਆਂ ਦੇ ਅੱਗੇ ਰੱਖ ਦੇਣੀਆਂ ਤੇ ਬੱਕਰੀਆਂ ਨੇ ਉਹ ਖਾ ਜਾਣਾ। ਉਹਦੇ ਨਾਲ ਫਿਰ ਇਹ ਹੁੰਦਾ ਦੁੱਧ ਵੀ ਨਾਲ ਹੀ ਗਿਆ, ਮਿਰਚਾਂ ਵੀ ਨਾਲ ਹੀ ਉਹਨਾਂ ਦੇ ਅੰਦਰ ਗਈਆਂ, ਕਿਉਂਕਿ ਸਾਲਣ ਦੇ ਵਿੱਚ ਮਿਰਚਾਂ ਹੁੰਦੀਆਂ। ਮਤਲਬ ਜਿਹੜੀ ਚੀਜ਼ ਵੀ ਕਿਚਨ ਦੇ ਵਿੱਚ ਤੁਸੀਂ ਇਸਤੇਮਾਲ ਕਰਦੇ ਆ, ਬਰਤਨ ਔਰਤਾਂ ਧੋਂਦੀਆਂ ਵਾ, ਉਹ ਚੀਜ਼ ਜ਼ਾਇਆ ਨਾ ਮੇਰਾ ਵੀਰ ਕਰਿਆ ਕਰੋ। ਇੱਕ ਬਰਤਨ ਰੱਖ ਲਓ, ਇੱਕ ਬਾਉਲ ਰੱਖ ਲਓ, ਹਰ ਚੀਜ਼ ਉਹਦੇ ਵਿੱਚ ਪਾਈ ਜਾਵੋ ਤੇ ਬੱਕਰੀਆਂ ਨੂੰ ਸ਼ਾਮ ਨੂੰ ਇਹ ਗੱਲ ਜ਼ਿਹਨ 'ਚ ਰੱਖਣੀ ਹੈ, 3 ਦਿਨਾਂ ਦਾ ਇਕੱਠਾ ਕਰਕੇ ਨਹੀਂ ਖਿਲਾਉਣਾ, ਸਵੇਰ ਤੋਂ ਸ਼ਾਮ ਤੱਕ ਬਸ ਸ਼ਾਮ ਨੂੰ ਖਿਲਾ ਦੇਣਾ ਜਿੰਨਾ ਵੀ ਹੋਵੇ, ਜੇ ਉਹ ਤੁਹਾਡੇ ਕੋਲ ਹੋਵੇ ਤਾਂ ਉਹ ਪਿਲਾ ਦਿਓ। ਤੇ ਫਿਰ ਅੱਲਾ ਦੇ ਹੁਕਮ ਨਾਲ ਬੱਕਰੀਆਂ ਨੂੰ ਦੇਣ ਦੀ ਕੋਈ ਸ਼ਾਇਦ ਜ਼ਰੂਰਤ ਨਹੀਂ। ਸਾਡੀਆਂ ਬੱਕਰੀਆਂ ਤਾਂ ਮਾਸ਼ਾਅੱਲਾ ਆਹ ਇੱਦਾਂ ਗਿੱਜੀਆਂ, ਇਹਨਾਂ ਨੂੰ ਪਤਾ ਵੀ ਸ਼ਾਮ ਨੂੰ ਕੁਛ ਨਾ ਕੁਛ ਆਉਣਾ ਜ਼ਰੂਰ ਆ, ਵੰਡੇ ਤੋਂ ਇਲਾਵਾ ਵੀ ਕੁਛ ਨਾ ਕੁਛ ਆਉਣਾ ਜ਼ਰੂਰ ਆ। ਉਹਦੇ ਵਿੱਚ ਦੁੱਧ ਵੀ ਹੁੰਦਾ, ਸਾਲਣ ਬਚੇ ਹੁੰਦੇ, ਕੋਈ ਘੇ ਦਾ ਕੋਈ ਚਮਚੀ ਪਾਈ ਹੁੰਦੀ ਆ, ਕੋਈ ਪੱਤੀ ਹੁੰਦੀ, ਸਾਰਾ ਦਿਨ ਚਾਹ ਬਣਦੀ ਜਦੋਂ ਕੋਈ ਮਹਿਮਾਨ ਵਗੈਰਾ ਆਉਂਦੇ, ਉਹ ਪੱਤੀ ਛੱਤੀ, ਮਤਲਬ ਹਰ ਚੀਜ਼ ਇਕੱਠੀ ਇੱਕੋ ਬਾਉਲ 'ਚ ਕਰੀ ਜਾਣੀ। ਮੁੜ ਕੇ ਸ਼ਾਮ ਨੂੰ ਉਹਦੇ ਵਿੱਚ ਜੇ ਬਿਲਫਰਜ਼ ਉਹ ਕੈੜਾ ਵਾ ਤੇ ਉਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਲੈਣਾ ਜਾਂ ਥੋੜਾ ਜਿਹਾ ਹੋਰ ਪਾਣੀ ਪਾ ਦੇਣਾ ਆਪਦੇ ਕੋਲੋਂ, ਵੀ ਉਹ ਨਰਮ ਜਿਹਾ ਹੋ ਜਾਵੇ। ਤਾਂ ਬੱਕਰੀਆਂ ਦੇ 2-3 ਬਰਤਨਾਂ ਦੇ ਵਿੱਚ ਕਰਕੇ ਰੱਖ ਦਿਓ ਤਾਂ ਬੱਕਰੀਆਂ ਬੜੇ ਸ਼ੌਕ ਨਾਲ ਖਾ ਜਾਂਦੀਆਂ। ਉਹਦੇ ਨਾਲ ਬੱਕਰੀਆਂ ਦੀ ਸਾਰੀ ਗੁਜ਼ਾਈਅਤ ਤਕਰੀਬਨ ਪੂਰੀ ਹੋ ਜਾਂਦੀ, ਮਿਹਦੇ ਦੇ ਸਾਰੇ ਮਸਾਇਲ ਹੱਲ ਹੋ ਜਾਂਦੇ। ਤੇ ਮੇਰਾ ਵੀਰ ਵੀਡੀਓ ਚੰਗੀ ਲੱਗੇ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਤੇ ਜਿਸ ਮੇਰੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਮੇਰੇ ਵੀਰਾਂ ਤੱਕ ਬਹੁਤ ਆਸਾਨੀ ਪਹੁੰਚਦੀ ਰਹੇ। ਤੇ ਮੇਰੇ ਵੀਰੋ ਐਵੇਂ ਹਰ ਬੰਦੇ ਦੇ ਮਗਰ, ਹਰ ਡਾਕਟਰ ਦੇ ਮਗਰ ਨਹੀਂ ਭੱਜੀਦਾ ਹੁੰਦਾ। ਆਪਣੀਆਂ ਬੱਕਰੀਆਂ ਨੂੰ ਤੁਸੀਂ ਆਪ ਬੱਕਰੀਆਂ ਦੇ ਆਪ ਡਾਕਟਰ ਬਣੋ, ਕੋਸ਼ਿਸ਼ ਕਰੋ ਤੁਸੀਂ ਆਪ ਡਾਕਟਰ ਬਣੋ। ਅੱਲਾ ਦੇ ਹੁਕਮ ਦੇ ਨਾਲ ਸਾਨੂੰ ਕਿਸੇ ਕੋਲ ਜਾਣਾ ਨਾ ਪਵੇ। ਤੁਸੀਂ ਤਜਰਬੇਤਨ ਆਪਣੀਆਂ ਬੱਕਰੀਆਂ ਨੂੰ ਤਜਰਬੇ ਕਰਦੇ ਰਿਹਾ ਕਰੋ। ਮਤਲਬ ਕੋਈ ਚੀਜ਼ ਕਰ ਲਈ, ਨਹੀਂ ਸਮਝ ਆਈ, ਦੁਬਾਰਾ ਰਿਪੀਟ ਕੀਤੀ। ਇਹ ਜਦੋਂ ਵੀ ਫਾਰਮਿੰਗ ਦੇ ਵਿੱਚ ਤੁਸੀਂ ਆਓਗੇ, ਇਹ ਸਿੱਖ ਕੇ ਨੁਕਸਾਨ ਕਰ ਕਰਕੇ ਸਾਨੂੰ ਅੱਗੇ ਜਾਣਾ ਪੈਣਾ। ਤਜਰਬੇ ਇਦਾਂ ਹੀ ਹੁੰਦੇ ਆ। ਜੇ ਅਸੀਂ ਇਸੇ ਗੱਲ ਤੋਂ ਡਰਦੇ ਰਹੇ ਵੀ ਯਾਰ ਇਹ ਕੁਛ ਹੋ ਨਾ ਜਾਵੇ, ਮੈਂ ਆਹ ਕਰਨ ਲੱਗਾ ਕੁਛ ਹੋ ਨਾ ਜਾਵੇ, ਤੇ ਮੇਰਾ ਵੀਰੋ ਫਿਰ ਅਸੀਂ ਕੁਛ ਵੀ ਨਹੀਂ ਕਰ ਸਕਦੇ। ਕੋਸ਼ਿਸ਼ ਇਹ ਕਰਿਆ ਕਰੋ ਵੀ ਸਟੈਪ ਬਾਈ ਸਟੈਪ, ਆਹਿਸਤਾ ਆਹਿਸਤਾ ਕੁਛ ਰੋਜ਼ ਨਵਾਂ ਸਿੱਖਿਆ ਕਰੋ ਬੱਕਰੀ ਤੋਂ। ਜੇ ਬੱਕਰੀ ਰੱਖ ਲਈ ਅਸੀਂ 6 ਮਹੀਨੇ ਵੀ ਗੁਜ਼ਾਰਤੇ, ਸਾਨੂੰ ਪਤਾ ਵੀ ਕਿਸੇ ਗੱਲ ਦਾ ਨਹੀਂ ਲੱਗਾ, ਸਿਰਫ ਇਹੀ ਪਤਾ ਲੱਗਾ ਵੀ ਮੇਂਗਣਾ ਚੱਕ ਲਈਆਂ ਤਾਂ ਪੱਠੇ ਪਾਤੇ, ਤੇ ਫਿਰ ਅਸੀਂ ਫਾਰਮਿੰਗ ਤੋਂ ਵਿਹਲੇ ਆ, ਨਕਾਰੇ ਆ, ਨਕੰਮੇ ਆ। ਬੱਕਰੀ ਨਵੇਂ ਅਗਰ ਤੁਸੀਂ ਫਾਰਮਰ ਹੋ ਤੇ ਬੱਕਰੀ ਰੋਜ਼ ਇੱਕ ਨਵਾਂ ਸਬਕ ਸਿੱਖੋ ਬੱਕਰੀ ਕੋਲੋਂ, ਔਰ ਬੱਕਰੀ ਇਨਸ਼ਾਅੱਲਾ ਤੁਹਾਨੂੰ ਸਿਖਾਏਗੀ। 6 ਮਹੀਨਿਆਂ ਤੱਕ ਤੁਸੀਂ ਅਗਰ ਤੁਸੀਂ ਇਹ ਰੂਟੀਨ ਡੇਲੀ ਦੀ ਬਣਾ ਲਵੋ ਵੀ ਅਸੀਂ ਬੱਕਰੀ ਤੋਂ ਹਰ ਰੋਜ਼ ਕੋਈ ਨਵਾਂ ਸਿੱਖਣਾ, ਮਤਲਬ ਇੱਕ ਇੱਕ ਚੀਜ਼ ਕਰਕੇ ਸਿੱਖਣੀ ਆ, ਤੇ ਅਲਹਮਦੁਲਿਲਾ 6 ਮਹੀਨਿਆਂ ਦੇ ਵਿੱਚ ਤੁਸੀਂ ਐਕਸਪਰਟ ਫਾਰਮਰ ਬਣ ਜਾਓਗੇ। ਇੰਜੈਕਸ਼ਨ ਲਾਉਣ ਤੋਂ ਹਰ ਬੰਦਾ ਡਰਦਾ। ਇੱਕ ਵਾਰੀ ਡਾਕਟਰ ਦੇ ਕੋਲ ਖੜਾ ਕਰ, ਡਾਕਟਰ ਨੂੰ ਕੋਲ ਖੜਾ ਕਰਵਾ ਕੇ ਇੰਜੈਕਸ਼ਨ ਆਪ ਲਾ ਲਓ, ਹੁੰਦਾ ਝਾਕਾ, ਇਹ ਕੁਛ ਵੀ ਨਹੀਂ ਹੁੰਦਾ। ਉਹ ਤੁਹਾਨੂੰ ਡਾਕਟਰ ਦੱਸ ਦੂਗਾ ਵੀ ਗਰਦਨ ਦੇ ਇੰਨੇ ਹਿੱਸੇ 'ਚ ਇੰਜੈਕਸ਼ਨ ਲਾਉਣਾ ਤੇ ਇਦਾਂ ਲਾਉਣਾ, ਤੁਸੀਂ ਲਾ ਲਓਗੇ। ਇੱਕ ਵਾਰੀ ਲਾਇਆ ਤੁਸੀਂ ਐਕਸਪਰਟ ਇੰਜੈਕਸ਼ਨ ਦੇ। ਤੇ ਬਿਹਤਰੀਨ ਕਰਕੇ ਆਪਣਾ ਗੋਟ ਫਾਰਮਿੰਗ ਕਰੋ ਤੇ ਇਨਸ਼ਾਅੱਲਾ ਅੱਲਾਹ ਤਾਲਾ ਨਫਾ ਕਰੇ, ਅੱਲਾਹ ਤਾਲਾ ਸਾਰੇ ਮਾਲ ਦੀ ਤੰਦਰੁਸਤੀ ਦੇਵੇ ਸਾਰਿਆਂ ਦੀ। ਜਿਹੜੇ ਜਿੱਥੇ ਵੀ ਓਵਰਸੀਜ਼ ਜਾਂ ਜਿੱਥੇ ਵੀ ਪੂਰੇ ਦੁਨੀਆ ਜਿੱਥੇ ਜਿੱਥੇ ਬੱਕਰੀਆਂ ਰੱਖੀਆਂ ਜਾਂਦੀਆਂ, ਖਾ ਅੰਗਰੇਜ਼ ਆ, ਯਹੂਦੀ ਆ, ਮੁਸਲਮਾਨ ਆ, ਕੋਈ ਵੀ ਆ, ਲੇਕਿਨ ਫਖਰ ਸਾਨੂੰ ਇਸ ਗੱਲ ਦਾ, ਅਗਰ ਕੋਈ ਗੈਰ ਮੁਸਲਮ ਵੀ ਬੱਕਰੀ ਰੱਖਦਾ ਪਿਆ, ਉੱਥੇ ਕੰਮ ਕਰਦਾ ਪਿਆ, ਫਖਰ ਸਾਨੂੰ ਇਸ ਗੱਲ ਦਾ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਨੂੰ ਸਮਝ ਕੇ ਰੱਖਦਾ ਪਿਆ। ਉਹ ਨਾ ਸਮਝੇ, ਅਸੀਂ ਸਮਝਦੇ ਹਾਂ ਨਾ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਆ, ਤੇ ਸਾਨੂੰ ਵੀ ਇਹ ਕੰਮ ਕਰਨਾ ਚਾਹੀਦਾ, ਕਿਉਂਕਿ ਅੰਗਰੇਜ਼ ਸਾਡੇ ਤੋਂ ਬਹੁਤ ਅੱਗੇ ਚਲਾ ਗਿਆ ਬੱਕਰੀ ਫਾਰਮਿੰਗ ਦੇ ਵਿੱਚ। ਉਹ ਸਾਡੇ ਤੋਂ ਬਹੁਤ ਅੱਗੇ ਚਲਾ ਗਿਆ। ਅਸੀਂ ਸਿਰਫ ਇਸੇ ਗੱਲ ਦੇ ਪਿੱਛੇ ਰਹਿ ਗਏ, ਯਾਰ ਲੋਕੀ ਕੀ ਕਹਿਣਗੇ, ਯਾਰ ਲੋਕੀ ਕੀ ਕਹਿਣਗੇ। ਲੋਕਾਂ ਨੇ ਘਟਾ ਕਰਨਾ, ਲੋਕਾਂ ਨੇ ਨਾ ਕੁਛ ਕਰਨਾ ਨਾ ਕਰਨ ਦੇਣਾ, ਗੱਲਾਂ ਹੀ ਕਰਨੀਆਂ, ਹੋਰ ਕੋਈ ਕੰਮ ਨਹੀਂ। ਅਸੀਂ ਲੋਕਾਂ ਤੋਂ ਡਰਦੇ ਚੁੱਪ ਕਰਕੇ ਬੱਕਰੀ ਨਹੀਂ ਰੱਖਦੇ। ਲੋਕੀ ਕਹਿਣਗੇ ਬੱਕਰੀਆਂ ਚਰਾਉਂਦਾ, ਲੋਕੀ ਕਹਿਣਗੇ ਬੱਕਰੀਆਂ ਰੱਖ ਲਈਆਂ, ਲੋਕੀ ਕਹਿੰਦੇ ਮੁੰਡਾ ਇੰਨਾ ਪੜ ਗਿਆ ਤਾਂ ਆਹ ਕੁਛ ਹੋ ਗਿਆ।
ਛੱਡੋ, ਆਪਣਾ ਕੰਮ ਕਰੋ, ਅੱਲਾ ਦੀ ਸਪੁਰਦ, ਵਸਲਾਮ।